श्री गुरु ग्रंथ उदद बंदों कर अनुराग। एक ओंकार सतगुरु जेह प्रसाद सच होए। वाहिगुरु जी की फतेह बिघ्न विनाशन सोए। वाहिगुरु जी की फतेह बिघ्न विनाशन सोए। जब सतगुर अस बचन उचारे। दंभी लज्जत सभा मजारे। पंडित प्रश्न करे केह बानी। केह उपासना तुम मन ठानी। वाहिगुरु जी का खालसा वाहिगुरु जी की फतेह। गुरु दर ते हाजिर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वड्याइयां दे मालक 8वें पातशाह गुरु हरकृष्ण साहब महाराज जी दे पवित्र चरण छो प्राप्त इतिहासक स्थान गुरुद्वारा बंगला साहब जी की यात्रा करदे हां। जुगो जुग अटल छतर चवर तखत दे मालक धन 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 श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। सतगुरु सारियां दी यात्रा सफल करन। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो। रसना पवित्र कर दे एक बार, सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है। प्रसंग है सतगुरु जी पहली उदासी पहली यात्रा पूरी करके वापस आए। तकरीबन 12-13 सालों का समा बतीत हो चुका सी। सतगुरु जी दे पिता जी माता जी वारी वारी दोवें परलोक गमन करते ने। उन्हां दियां सारियां क्रियावां मर्यादा पूरियां करके फिर सतगुरु दूसरी उदासी आरंभ करते हैं। ये दूसरी उदासी जिहड़ी सी ये तीर्थ अस्थानां वाले पासे सी और ये सतगुरु पहला कुरुक्षेत्र गए, फिर हरिद्वार गए, फिर वृंदावन आए।
ਸਤਿਗੁਰੂ ਜਿੱਥੇ ਵੀ ਜਾਂਦੇ ਨੇ ਉੱਥੇ ਸਤਿਗੁਰੂ ਭੁੱਲਿਆਂ ਨੂੰ, ਭਟਕਿਆਂ ਨੂੰ, ਔਜੜ ਪਿਆ ਹੋਇਆਂ ਨੂੰ ਸਹੀ ਜੀਵਨ ਦਾ ਰਸਤਾ ਪ੍ਰਦਾਨ ਕਰਦੇ ਨੇ। ਜਾਂ ਇਉਂ ਕਹਿ ਲਈਏ ਕਿ ਜਿਹੜੇ ਗੁਰੂ ਦੇ ਆਖਰੀ ਅਰਥ ਨੇ, ਗੁਰੂ ਦੇ ਆਖਰੀ ਅਰਥ ਕੋਠੀਆਂ, ਕਾਰਾਂ, ਨੌਕਰੀਆਂ, ਪਦਾਰਥ ਦੇਣ ਵਾਲੇ ਨਹੀਂ ਹਨ। ਗੁਰੂ ਦੇ ਆਖਰੀ ਅਰਥ ਹਨ ਗਿਆਨ ਦੇਣ ਵਾਲੇ, ਅਗਿਆਨਤਾ ਨੂੰ ਕੱਟਣ ਵਾਲੇ, ਸਾਨੂੰ ਜੀਵਨ ਦਾ ਸਹੀ ਮਾਰਗ ਦੱਸਣ ਵਾਲੇ। ਜਿੰਨੇ ਸ਼ਬਦ ਪੜੋਗੇ ਇਹੀ ਤੁਹਾਨੂੰ ਵਡਿਆਈ ਮਿਲੇਗੀ ਕਿ ਜੇ ਸੌ ਚੰਦਾ ਉਗਵੇਂ ਸੂਰਜ ਚੜ੍ਹੇ ਹਜ਼ਾਰ, ਏਤਾ ਚਾਨਣ ਹੋਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾਂ ਰੋਸ਼ਨੀ ਨਹੀਂ ਹੋ ਸਕਦੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਿੱਖਿਆ ਤੋਂ ਬਿਨਾਂ ਇਹ ਜੋਤ ਪ੍ਰਗਟ ਨਹੀਂ ਹੋ ਸਕਦੀ। ਇਸ ਕਰਕੇ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਜਦੋਂ ਗੁਰੂ ਗਿਆਨ ਦਾ ਸੁਰਮਾ ਸਾਡੇ ਨੇਤਰਾਂ ਵਿੱਚ ਪਾਉਂਦਾ ਹੈ, ਉਦੋਂ ਸਾਡੀ ਅਗਿਆਨਤਾ ਖਤਮ ਹੁੰਦੀ ਹੈ। ਉਦੋਂ ਸਾਡੇ ਜੀਵਨ ਵਿੱਚੋਂ ਅੰਧ ਵਿਸ਼ਵਾਸ, ਭਰਮ ਭੁਲੇਖੇ, ਐਵੇਂ ਬਣੇ ਹੋਏ ਵਹਿਮ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੇ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੇ। ਗੁਰੂ ਤੋਂ ਬਿਨਾਂ ਅੰਧੇਰਾ ਹੈ, ਘੋਰ ਅੰਧੇਰਾ ਹੈ। ਗੁਰੂ ਤੋਂ ਬਿਨਾਂ ਸਮਝ ਨਹੀਂ ਆ ਸਕਦੀ। ਜੋ ਕੁਝ ਮਾਂ ਪਿਓ ਸਮਝਾਉਂਦੇ ਨੇ, ਜੋ ਕੁਝ ਪ੍ਰੋਫੈਸਰ, ਅਧਿਆਪਕ, ਟੀਚਰ ਸਮਝਾਉਂਦੇ ਨੇ, ਇਹ ਅਧੂਰਾ ਗਿਆਨ ਹੈ। ਕੱਲ੍ਹ ਵੀ ਮੈਂ ਇੱਕ ਮੈਡੀਕਲ ਲਾਈਨ ਦੇ ਬਹੁਤ ਵੱਡੇ ਬੰਦੇ ਕੋਲ ਬੈਠਾ ਸੀ ਜਿਹਦਾ ਦੁਨੀਆ ਵਿੱਚ ਨਾਂ ਹੈ, ਔਰ ਬੜੀ ਮਜੂਸੀ ਨਾਲ ਕਹਿ ਰਿਹਾ ਸੀ, ਕਹਿੰਦਾ ਵੀ ਅਸੀਂ ਸੁਣਦੇ ਸੀ ਸਾਇੰਸ ਨੇ ਇੰਨੀ ਤੱਕ ਤਰੱਕੀ ਕਰ ਲਈ, ਵਿਗਿਆਨ ਨੇ ਇੰਨੀ ਤਰੱਕੀ ਕਰ ਲਈ, ਕਹਿੰਦੇ ਇਹਨਾਂ ਕੋਲੋਂ ਇੱਕ ਛੋਟਾ ਜਿਹਾ ਜੀਵਾਣੂ ਕਰੋਨਾ ਤੇ ਸੂਤ ਨਹੀਂ ਆਇਆ, ਤੇ ਜੇ ਰੱਬ ਕੋਈ ਵੱਡੀ ਬਲਾ ਘੱਲ ਦਿੰਦਾ ਤੇ ਬਣਨਾ ਕੀ ਸੀ ਦੁਨੀਆ ਦਾ। ਅਜੇ ਤੱਕ ਲੋਕਾਂ ਨੂੰ ਪਤਾ ਨਹੀਂ ਹੈ, ਨਾ ਤੇ ਇਹ ਪਤਾ ਵੀ ਉਹਦਾ ਡੇਟ ਆਫ ਬਰਥ ਕੀ ਹੈ ਕਰੋਨੇ ਦਾ, ਨਾ ਇਹ ਪਤਾ ਲੋਕਾਂ ਨੂੰ ਵੀ ਉਹਦਾ ਬਰਥ ਪਲੇਸ ਕਿਹੜਾ ਹੈ। ਅਜੇ ਤੱਕ ਉਹਦਾ ਨਾਮਕਰਨ ਵੀ ਨਹੀਂ ਹੋਇਆ। ਇਹ ਵੀ ਤੁੱਕੇ ਹੀ ਨੇ, ਕੋਈ ਕੋਵਿਡ ਕਹੀ ਜਾਂਦਾ, ਕੋਈ ਕਰੋਨਾ ਕਹੀ ਜਾਂਦਾ। ਇਹ ਤਾਂ ਐਵੇਂ ਹੀ ਹੈ, ਕਿਸੇ ਨੇ ਕਾਕੇ ਨੂੰ ਪੱਪੂ ਕਹਿ ਦਿੱਤਾ, ਕਿਸੇ ਨੇ ਟੋਨੀ ਕਹਿ ਦਿੱਤਾ, ਕੀ ਫਰਕ ਪੈਂਦਾ। ਹੁਣ ਜਿਹੜੀ ਵੈਕਸੀਨ ਆਈ ਹੈ ਉਹ ਵੀ ਤੱਟੇ ਸੱਟੇ ਹੀ ਨੇ। ਹੁਣ ਤੁਸੀਂ ਉਹਨਾਂ ਨੂੰ ਪੁੱਛੋ ਵੀ ਦੁਬਾਰਾ ਤਾਂ ਨਹੀਂ ਹੋਏਗਾ, ਕਹਿੰਦੇ ਨਹੀਂ ਜੀ ਹੋ ਜਾਏਗਾ ਜੀ। ਟੀਕੇ ਤੋਂ ਬਾਅਦ ਬੰਦਾ ਮਰੇਗਾ ਤਾਂ ਨਹੀਂ, ਨਹੀਂ ਮਰ ਵੀ ਸਕਦਾ ਜੀ। ਦੱਸੋ ਬਣਿਆ ਕੀ? ਕੁਛ ਵੀ ਨਹੀਂ। ਗੁਰੂ ਜਿਹੜੀ ਗੱਲ ਸਾਨੂੰ ਸਮਝਾਉਂਦਾ ਹੈ, ਗੁਰੂ ਬਾਰ-ਬਾਰ ਕਹਿੰਦਾ ਕਿ ਬੰਦਿਆ ਇਧਰ ਤਵੱਜੋ ਨਾ ਦੇ, ਤਵੱਜੋ ਦੇ ਰੱਬ ਵੱਲ। ਤੇ ਰੱਬ ਦੇ ਲਈ ਇੱਕੋ ਹੀ ਗੱਲ ਦੇ ਵਿੱਚ ਸਾਰਾ ਕੁਝ ਮੁਕਾ ਦਿੱਤਾ ਵੀ ਕਰੇ ਹੈ ਰਾਮ, ਹੋਏ ਹੈ ਸੋਏ। ਬਸ ਕੀ ਹੋਏਗਾ? ਜੋ ਰੱਬ ਕਰੇਗਾ।
ਇਹ ਬੰਦਾ ਬਚ ਜਾਏਗਾ, ਇਹ ਤਾਂ ਰੱਬ ਦੇ ਵੱਸ ਹੈ। ਇਹ ਬੰਦਾ ਨਹੀਂ ਮਰੇਗਾ, ਕਹਿੰਦਾ ਇਹ ਵੀ ਰੱਬ ਦੇ ਵੱਸ ਹੈ। ਇਹ ਮਾਰੇ ਰਾਖੈ ਏਕੋ ਆਪ। ਗੁਰੂ ਸਨ ਗੁਰੂ ਨਾਨਕ ਸਾਹਿਬ। ਇੱਕ ਬੜੀ ਵਡੰਬਣਾ ਤੁਹਾਨੂੰ ਦੁਨੀਆ ਦੇ ਇਤਿਹਾਸ ਵਿੱਚੋਂ ਮਿਲੇਗੀ ਕਿ ਜਿੰਨੇ ਧਰਤੀ ਤੇ ਅਵਤਾਰ ਆਏ ਨੇ ਸਾਰਿਆਂ ਨੇ ਆਪਣੇ ਆਪ ਨੂੰ ਰੱਬ ਹੀ ਕਿਹਾ ਹੈ। ਉਹ ਨਾ ਕਹੇ ਅਹੰਗ ਬ੍ਰਹਮਛਮੀ, ਮੈਂ ਹੀ ਭਗਵਾਨ ਹਾਂ। ਜਿਹਨਾਂ ਨੇ ਕਿਹਾ ਜੀ ਇਸ ਤੋਂ ਪਹਿਲਾਂ ਹੋਏ, ਕਹਿੰਦਾ ਨਹੀਂ ਉਹ ਮੇਰੇ ਤੋਂ ਤਿੱਖੇ ਨਹੀਂ ਹੋ ਸਕਦੇ, ਮੇਰੇ ਤੋਂ ਤੇਜ਼ ਨਹੀਂ ਹੋ ਸਕਦੇ, ਮੇਰੇ ਤੋਂ ਮਹਾਬਲੀ ਨਹੀਂ ਹੋ ਸਕਦੇ। ਪਰ ਇੱਕ ਗੁਰੂ ਨਾਨਕ ਹੈ ਜਿਹੜੇ ਬਾਰ-ਬਾਰ ਕਹਿੰਦੇ ਨੇ ਨਾਨਕ ਨੀਚ ਕਹੈ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਨਾਨਕ ਨੀਚ, ਨੀਵਾਂ, ਅਤ ਨੀਵਾਂ। ਆਪਾਂ ਨੀਚ ਸ਼ਬਦ ਕਿਹਨੂੰ ਕਹਿੰਦੇ ਆ? ਸਾਡੇ ਲਈ ਇਹ ਨੀਚ ਸ਼ਬਦ ਇੱਕ ਗਾਲੀ ਹੈ। ਕਿਸੇ ਨੂੰ ਕਹਿਣਾ ਓਏ ਨੀਚਾ, ਅਗਲਾ ਫੁੱਟ ਮਰੇਗਾ। ਤੇ ਜੇ ਕਾਸੇ ਜੋਗਾ ਆਇਆ ਤੇ ਤੁਹਾਡਾ ਸਿਰ ਪਾੜ ਕੇ ਮਰੇਗਾ। ਨਾ ਹੀ ਕਾਸੇ ਜੋਗਾ ਆਇਆ ਤੇ ਫੁੱਟ ਕੇ ਰੋ ਕੇ ਮਰੇਗਾ ਵੀ ਇਹਨੇ ਮੈਨੂੰ ਨੀਚ ਕਹਿ ਦਿੱਤਾ। ਸਤਿਗੁਰੂ ਖੁਦ ਆਪਣੇ ਆਪ ਨੂੰ ਹੀ ਕਹਿੰਦੇ ਨੇ ਭਾਈ ਮੈਂ ਤੇ ਬਹੁਤ ਨੀਵਾਂ ਹਾਂ, ਮੈਂ ਉਸ ਪਰਮੇਸ਼ਰ ਤੋਂ ਇੱਕ ਵਾਰੀ ਵੀ ਸਦਕੇ ਨਹੀਂ ਜਾ ਸਕਦਾ। ਕਿਉਂਕਿ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹੁਣ ਜਪਜੀ ਦੀਆਂ ਇਹ ਪੰਕਤੀਆਂ ਕੌਣ ਪੜ੍ਹੇ? ਕਿ ਜੋ ਤੈਨੂੰ ਭਾਏਗਾ ਉਹ ਚੰਗਾ ਹੋਏਗਾ, ਅਸੀਂ ਉਹਨੂੰ ਚੰਗਾ ਕਵਾਂਗੇ। ਅੱਜ ਸਾਰੇ ਧਰਮਾਂ ਦੀ ਬਦਕਿਸਮਤੀ ਇਹ ਹੈ ਕਿ ਜਿੱਥੇ ਲਿਖਿਆ ਹੁੰਦਾ ਹੈ ਨਾ ਨੋ ਪਾਰਕਿੰਗ, ਤੇ ਬੰਦੇ ਸਾਰੀਆਂ ਗੱਡੀਆਂ ਉੱਥੇ ਹੀ ਖੜੀਆਂ ਕਰਦੇ ਨੇ। ਤੇ ਜਿੱਥੇ ਲਿਖਿਆ ਹੋਵੇ ਵੀ ਇੱਥੇ ਬਾਥਰੂਮ ਕਰਨਾ ਮਨ੍ਹਾ ਹੈ, ਉੱਥੇ ਲੋਕ ਬਾਥਰੂਮ ਕਰ ਰਹੇ ਹੁੰਦੇ ਨੇ। ਹੁਣ ਕਈ ਵਾਰੀ ਉੱਥੇ ਇਸ ਤੋਂ ਵੀ ਕੌੜੇ ਸ਼ਬਦ ਲਿਖੇ ਹੁੰਦੇ ਨੇ ਕਿ ਲਿਖਿਆ ਹੁੰਦਾ ਵੇਖੋ ਗਧਾ। ਲੋਕੀ ਇਸ ਗੱਲ ਦੀ ਵੀ ਪਰਵਾਹ ਨਹੀਂ ਕਰਦੇ। ਸਾਡੀ ਹਾਲਤ ਕੀ ਹੈ? ਤੁਸੀਂ ਕਿਸੇ ਧਰਮ ਦੀ ਕਥਾ ਪੜ੍ਹ ਕੇ ਵੇਖ ਲੈਣਾ, ਜਿਹੜੇ ਉਹਦੇ ਅਨੁਯਾਈ ਨੇ, ਉਹਨਾਂ ਅਨੁਯਾਈਆਂ ਦੇ ਕਰਮ ਉਹਨਾਂ ਦੇ ਆਪਣੇ ਧਰਮ ਤੋਂ ਹੀ ਵਿਪਰੀਤ ਨੇ, ਉਲਟੇ ਨੇ। ਅੱਜ ਤੁਸੀਂ ਜਪਜੀ ਸਾਹਿਬ ਕਿਉਂ ਨਹੀਂ ਪੜ੍ਹਦੇ? ਦੁੱਖ ਭੰਜਣੀ ਕਿਉਂ ਪੜ੍ਹਦੇ? ਤੁਸੀਂ ਸੁਖਮਨੀ ਕਿਉਂ ਨਹੀਂ ਪੜ੍ਹਦੇ? ਤੁਸੀਂ ਜਾਪ ਸਾਹਿਬ ਸਵਈਏ ਕਿਉਂ ਨਹੀਂ ਪੜ੍ਹਦੇ? ਰਹਿ ਰਾਸ ਸੋਹਿਲਾ ਕਿਉਂ ਨਹੀਂ ਪੜ੍ਹਦੇ? ਕੋਈ ਸ਼ਬਦ ਪੜ੍ਹੀ ਜਾਂਦਾ, ਕੋਈ ਸ਼ਬਦ ਪੜ੍ਹੀ ਜਾਂਦਾ। ਅਸਲ ਵਿੱਚ ਜੋ ਕੁਝ ਹੈ ਸਾਡੀ ਉਹਦੇ 'ਚ ਸੈਟਿਸਫੈਕਸ਼ਨ ਨਹੀਂ ਹੈ। ਅਸੀਂ ਸਾਰੇ ਅਰਦਾਸ ਤੋਂ ਲੈ ਕੇ ਪਾਠ ਤੱਕ ਇੱਕੋ ਹੀ ਗੱਲ ਤੇ ਲੱਗੇ ਹੋਏ ਆ ਕਿ ਰੱਬਾ ਜੋ ਤੂੰ ਕੀਤਾ ਹੈ ਉਹ ਠੀਕ ਨਹੀਂ ਹੈ, ਉਹ ਕਰ ਜੋ ਮੈਂ ਕਹਿਣਾ ਤੈਨੂੰ। ਮਤਲਬ ਰੱਬ ਦੇ ਵਰਕੇ ਉਲਟਾਉਣ ਤੇ ਲੱਗੇ, ਉਹਦੇ ਹੁਕਮ ਹੀ ਪਲਟਾਉਣ ਤੇ ਲੱਗੇ ਹੋਏ ਆ ਵੀ ਜਿਹੜੀ ਤੂੰ ਸਾਡੀ ਵਿਧ ਬਣਾਈ ਹੈ ਨਹੀਂ ਇਹ ਵਰਕੇ ਤੇ ਪਾੜ ਦੇਣਾ, ਇਹ ਠੀਕ ਨਹੀਂ ਹੈ। ਜਿਹੜੇ ਤੂੰ ਮੇਰੇ ਕਰਮ ਲਿਖੇ ਨੇ ਠੀਕ ਨਹੀਂ ਹੈ। ਅਸੀਂ ਜਿਹੜੀ ਰੱਬ ਦੀ ਕਲਮ ਵੁੜੀ ਹੈ ਅਸੀਂ ਉਹਨੂੰ ਬਦਲਣ ਤੇ ਲੱਗੇ ਹੋਏ ਹਾਂ। ਜੋ ਹੈਗਾ ਅਸੀਂ ਖੁਸ਼ ਨਹੀਂ ਹੈਗੇ, ਤੇ ਜਿੱਥੇ ਜਾ ਕੇ ਅਸੀਂ ਖੁਸ਼ ਹੋਣਾ ਹੈ ਉਹ ਹੋਣਾ ਹੀ ਨਹੀਂ। ਇਹ ਵੀ ਚੇਤਾ ਰੱਖਣਾ, ਇਹ ਵੀ ਚੇਤਾ ਰੱਖਣਾ। ਕਿਉਂਕਿ ਜਦੋਂ ਨਹੀਂ ਸੀ ਉਦੋਂ ਤੇ ਖੁਸ਼ ਹੈ ਹੀ ਨਹੀਂ ਸੀ, ਉਦੋਂ ਇੰਨਾ ਵੀ ਨਹੀਂ ਸੀ ਸੋਚਿਆ ਜਿੰਨਾ ਸਾਡੇ ਕੋਲ ਅੱਜ ਹੈ। ਪਰ ਜਿੱਥੇ ਅੱਜ ਪਹੁੰਚੇ ਉੱਥੇ ਅਸੀਂ ਉੱਥੇ ਵੀ ਖੁਸ਼ ਨਹੀਂ ਹੈਗੇ। ਘੱਟੋ ਘੱਟ ਮੇਰੇ ਵਰਗੇ ਬੰਦੇ ਨੇ ਤਾਂ ਨਹੀਂ ਸੀ ਸੋਚਿਆ ਵੀ ਇੱਦਾਂ ਦੀਆਂ ਗੱਡੀਆਂ ਹੋਣਗੀਆਂ, ਇੱਦਾਂ ਹਰ ਦੂਜੇ ਚੌਥੇ ਦਿਨ ਜਹਾਜ਼ ਤੇ ਚੜ੍ਹਿਆ ਕਰਾਂਗੇ। ਕਦੇ ਨਹੀਂ ਸੀ ਸੋਚਿਆ, ਸਵਾਲ ਹੀ ਨਹੀਂ ਪੈਦਾ ਹੁੰਦਾ।
कदे दिमाग 'ਚ भी ये गल नहीं सी आई कि एक वेला ऐसा भी आएगा कि भी भुल जावांगे भी ट्रेन 'ਚ सफ़र किवें करीदा। गुआढ़ी का साइकिल मंग के कई बारी खेत रोटी दे के आई दी सी, पर जे हुण कोई पूछे भी ज्ञानी जी खुश हो, नहीं खुश मैं अजे भी नहीं है, क्योंकि हुण मैं गांह वेखण लग गया भी लोगों के तो अपने हैलीकॉप्टर ने, मैं तो सरकारी जहाज़ ते ही चढ़दा। इस तृष्णा ने, इस वासना ने, इस बिरती ने सानू कदे खुश नहीं होण देना। जिथे रब ने रखे उत्थे खुश है नहीं असी, जिथे जाके असी होना है उत्थे पहुँचना कोई नहीं। तो जदों पहुँचांगे उदों ख्वाहिशां साड़ियां होर गांह चले जाणगियां ते हालात साडे उही रहणगे, नानक दुखिया सब संसार। गुरु नानक साहब ने जिहड़े वृंदावन दे सन्यासी सी, पंडित सी, विद्वान सी, उन्हां सारियां नूं दस्सिया भी की लाभ है। सतगुरु कहंदे अथर्वण वेद तुसीं पढ़िया? देखो सानू पहला तो यही नहीं पता कि हिंदुओं के 4 वेद भी ने, सानू तो यही लगता भी एक रामायण एक महाभारत है, क्योंकि फिल्मी दुनिया का प्रभाव साडे ते ज़्यादा है। अगर इन्हां अवतारां दे सीरीयल ना बनते शायद इन्नी जिहड़ी मकबूलीयत है शायद ये ना होंदी, इन्नी पब्लिसिटी ना होंदी, सीमित लोगों तक गल रह जाती। वेदां दे विच एक अथर्वण वेद है। अथर्वण वेद दे विच एक गल लिखी है, वेद अथर्वण मथ कर सब ही हर कीरत गत देवत अब ही। रब दी कीर्ति मुक्ति देवेगी थानू, नावण धोवण बिरथा सारे राग दवैख मल नहीं उतारे। आ जिहड़ा नहाउणा धोना है ये तो व्यर्थ है, ਇਹਦੇ ਨਾਲ 2 चीज़ां कदे खत्म नहीं होणगियां, एक राग एक द्वैक। द्वैक की है? ईरखा, पराई तात, साड़ा। राग की है? प्यार, झूठी ममता। एवें मैं मेरी दे रिश्ते बनाए हुए ने, ये जाणदियां होइयां भी इन्हां रिश्तियां दी कोई बुनियाद नहीं है। आ जिहड़े तुसीं रिश्ते बनाए ने, अज ही जाके रात को फोन कर लो भी भाजी बड़ी एमरजेंसी हो गई है तो 2 लाख रुपया चाहिए। तो दूजा फोन एक होर कर दो जे हफ्ता छड्ड के किसी होर नूं कि मैं तो हॉस्पिटल दाखिल हो गया तो मैनू एक खून की बोतल चाहिए है। जिहड़ा सारी उम्र ही कहंदा सी भाई साहब जी हटे कटे, वो भी कहूगा नहीं जी मैनूं तो शूगर है। इन्नी की साडी ये राग वाली अवस्था है, प्यार वाली, जिन्हों प्यार कहने। ये प्यार नहीं है, ये साडे स्वार्थ ने, एक दूजे नाल जुड़े हुए ने। तुहानूं मेरे तो फायदा हो रहा है, मैनूं तुहाडे तो हो रहा है, बस आ प्यार। कोई इदां दा प्यार निभावे खां भी फायदा होवे ना होवे ते असीं एक दूजे की खातर जीवीए। अथर्वण वेद दे विच सब कुछ लिखे है। जदों सतगुरु जी ने दसिया भी काम क्रोध पुन लोभ अधीना अहंकार अतशय मन भीना पाए नरक में कष्ट विसाला तब पुछताएं फसे जम जाला। सतगुरु कहते हो तुहाडा की करेगा धर्म कर्म, तुसी फसे हुए हो काम दे विच, क्रोध दे विच, लोभ दे विच, मोह हंकार दे विच। अखीर तुहानूं नरकां च पैना पवेगा। जदों जमा ने तुहानूं पकड़ लिया फिर तुहानूं समझ आउणी भी साडे नाल होया बीतिया की है। हाँ जी। मिलै वडाई नाम ते इस ऊपर न और। जिहड़ी वडियाई तुसी तीर्थ यात्रावां तो लभदे हो, जिहड़ी वडियाई तुसी तीर्थ इशनान तो लभदे हो, जिहड़ी वडियाई तुसी दान तो लभदे हो। हुण दान दी वडियाई कितनी है? एक बंदा
2 करोड़ रुपया दे गया, बल्ले बल्ले बल्ले, बड़े पैसे दिते भी उन्हें। अगले दिन पता ही कोई नहीं, को 5 करोड़ दे जाएगा, फिर की बनेगा। इस कोविड दे विच लख लख डॉलर आया है। हुण 1 लाख डॉलर का तुसीं ला लो साहब, 74-75 लाख रुपया बन जाता है। हुण उत्थे 21-31 वाले नूं कौन पुछेगा। तो इत्थे सतगुरु जी समझाउंदे ने कि नाम की वडियाई बहुत वड्डी है। रही गल जिहड़ी मैं तुहानूं बेनती कर रहा सी कि तीरथ, तप, दया, दत दान जे को पावै तिलका मान। एक तिल मात्र, आ किन्नियां रोड़ियां सियाल विच खाधियां, गचका खाधियां, उन्हां दे उत्ते छोटे छोटे दाने लगे हुंदे ने। वो जिहड़े छोटे छोटे अनाज के दाने उन्होंने असीं तिल कहने आ। उस तिल जिन्नी वडियाई है, इस तो वड्डी कोई वडियाई नहीं है। ना तीर्थ यात्रा दी है, ना कीते किसी दान पुण्य दी है। वड्डी वडियाई है नाम जपण दी। हुण तुसीं कहोगे जी नाम जपण दी वडियाई किवें वड्डी है? जप के वेखो। जदों तुसीं जपण वास्ते बैठोगे तुहानूं फिर समझ आएगी। जिहड़े बहिंदे ने उन्हां नूं पता है भी इस तो वड्डी होर समस्या कोई नहीं है। उत्ते कोई गल कहंदे कहंदे ज्ञानी जी ध्यान ते लगदा ही नहीं, करिए की। हुण ध्यान लाउण लई तुहानूं अपनी सोसाइटी बदलनी पैगी, तुहानूं अपने यार दोस्त चेंज करने पैणगे, तुहानूं अपनी डाइट चेंज करनी पैगी, खाना पीना चेंज करना पैगा, तुहानूं अपनी रूटीन चेंज करनी पैगी, उठना बैठना। ये नहीं भी रात को 12 बजे आ गए तां कोई नहीं, 1 बजे आ गए तां कोई नहीं, 1:30 बजे आ गए तां कोई नहीं, सवेरे 12 बजे उठ गए तां कोई नहीं। नहीं, फिर तुहानूं 9 बजे सोना ही पैना है, फिर सवेरे 4-5 बजे उठना ही पैना है। फिर तुहानूं अपने शब्द, अपने वर्ड कंट्रोल करने पैणगे। हुण ते खुला मूँह है, जो आया जो मूँह तो निकल जाता है। वो साडे एक ना बाबा जी कीर्तन करते ने, तो करद्या हर गल नाल ही कहणगे साध संगत जी माफ़ करना। तो एक प्रचारक है, वो कहंदा एक दिन मैनूं कहंदा जे बाबे दी कैसट दे विचों, बाबे दी सीडी चों साध संगत जी माफ़ करना कढ़ दईए, कहंदा घंटे दी सीडी कहंदा 40 मिनट दी रह जूगी। कहता 20 मिनट तो इसे गल ते लागे ने साध संगत जी माफ़ करना, क्योंकि पता ही नहीं की बोल देना है। मुड़ के फिर साध संगत जी माफ़ करना। नाम जपण की गल ये नहीं है भी माला कितनी लंबी होनी चाहिए है तो उहदे लई मंत्र किहड़ा होना चाहिए, नथिंग। नाम जपण वास्ते सब तो वड्डी गल है भी तुहानूं अपनी सोसाइटी चेंज करनी होएगी, तुहानूं अपनी डाइट चेंज करनी होएगी, तुहानूं अपनी रूटीन चेंज करनी होएगी, तुहानूं अपने वर्ड चेंज करने होणगे। सारा दिन गालां कढ़दे तुसीं की सोचदे हो कि शाम नूं वाहिगुरू मूँह तो निकलेगा। इहो ਜਿਹੇ ਬੰਦਿਆਂ ਨੂੰ ਤੁਸੀਂ ਸੁਣ ਲੈਣਾ। ਇਹੋ ਜਿਹੀ ਇੱਕ ਮਾਤਾ ਨਾ ਮਾਲਾ ਲੈ ਕੇ ਤੇ ਕੋਠੇ ਕੋਠੇ ਤੇ ਪਾਠ ਕਰਦੀ ਫਿਰਦੀ ਹੈ, ਤੇ ਉਹਨਾਂ ਦੀ ਬੇਟੀ ਸੁਣਾਉਂਦੀ ਹੁੰਦੀ ਹੈ, ਕਹਿੰਦੀ ਬੇਬੇ ਨੇ ਕੀ ਕਰਨਾ, ਨਾਲੇ ਭਗਤੀ ਪੜ੍ਹੀ ਜਾਣੀ ਤੇ ਨਾਲੇ ਵੇ ਔਂਤਰਿਓ ਵੇ ਕੱਟਾ ਖੁੱਲ ਗਿਆ ਵੇ, ਮੱਝ ਚੁੰਗਿਆ ਵੇ। ਹੁਣ ਦੱਸੋ ਇਸ ਪਾਠ ਦਾ ਕੀ ਬਣੇਗਾ? वडियाई नाम दी है, नाम दे लई तुहाडी पूरी जीवन प्रक्रिया चेंज होएगी। नाम उदन शुरू होना है। ये मत सोचना भी कोई वाहिगुरू वाहिगुरू किसी ने 50-100 बारी कह देता तो उन्हें नाम जप लिया, नहीं। एक अभ्यास है।
ਨਾਮ ਦੇ ਜਪਣ ਦਾ ਇੱਕ ਅਭਿਆਸ, ਇੱਕ ਪ੍ਰੈਕਟਿਸ ਹੈ। ਨਾਮ ਤੇ ਉਦੋਂ ਬਣਨਾ ਹੈ ਜਦੋਂ ਗੁਰਮੁਖ ਰੋਮ ਰੋਮ ਹਰ ਧਿਆਵੈ। ਤੁਹਾਡੇ ਇੱਕ ਇੱਕ ਰੋਮ ਦੇ ਵਿੱਚੋਂ ਆ ਜਿਹੜੇ ਛੋਟੇ ਛੋਟੇ ਮੁਸਾਮ ਨੇ ਨਾ ਸਰੀਰ ਤੇ, ਸਕਿਨ ਦੇ, ਇਹਨਾਂ ਦੇ ਵਿੱਚੋਂ ਜਦੋਂ ਵਾਹਿਗੁਰੂ ਨਿਕਲੇਗਾ ਉਦੋਂ ਨਾਮ ਸ਼ੁਰੂ ਹੋਣਾ ਹੈ। ਉਠਤ ਬੈਠਤ ਸੋਵਤ ਨਾਮ, ਨਾਮ ਦੀ ਇਹ ਅਵਸਥਾ ਹੈ। ਨਾਮ ਦੀ ਅਵਸਥਾ ਇਹ ਨਹੀਂ ਹੈ ਵੀ ਚਲੋ 5 ਮਿੰਟ ਵਾਹਿਗੁਰੂ ਵਾਹਿਗੁਰੂ ਕਰ ਲਿਆ ਤੇ ਮੁੜ ਕੇ 15 ਮਿੰਟ ਗਾਲਾਂ ਕੱਢ ਲਈਆਂ। ਅਗਰ ਅਸੀਂ ਉੱਥੇ ਤੁਰੇ ਫਿਰਦੇ, ਇਹਦਾ ਅਰਥ ਹੈ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਪਹੁੰਚੇ ਕਿਤੇ ਨਹੀਂ। ਤੇ ਤੁਹਾਨੂੰ ਵੀ ਪਤਾ ਹੈ ਵੀ ਭਾਵੇਂ ਸਾਲ ਭਰ ਕਲਾਸ ਵਿੱਚ ਤੁਰੇ ਫਿਰੋ, ਅਗਰ 3 ਘੰਟੇ ਦਾ ਪੇਪਰ ਨਹੀਂ ਪੂਰਾ ਕਰੋਗੇ ਤੇ ਤੁਹਾਨੂੰ ਅਗਲੀ ਕਲਾਸ ਵਿੱਚ ਕੋਈ ਨਹੀਂ ਬਿਠਾਏਗਾ। 365 ਦਿਨਾਂ ਦੀ ਪ੍ਰਕਿਰਿਆ ਵਿਅਰਥ ਹੈ। 365 ਦਿਨਾਂ ਦੀ ਪ੍ਰਕਿਰਿਆ ਸਫਲ ਹੈ। 3 ਘੰਟੇ ਦਾ ਪੇਪਰ ਪਾਸ ਕਰ ਜਾਓ, ਤੁਹਾਨੂੰ ਨੈਕਸਟ ਕਲਾਸ ਮਿਲ ਜਾਏਗੀ, ਤੁਹਾਨੂੰ ਤੁਹਾਡੀ ਸਟੇਟ ਚੇਂਜ ਹੋ ਜਾਏਗੀ। ਸਤਿਗੁਰੂ ਕਹਿੰਦੇ ਨੇ ਵਡਿਆਈ ਨਾਮ ਦੀ ਹੈ। ਹਾਂਜੀ, ਮਿਲੈ ਉਲਾਮੇ ਤਾਹੇ ਕੋ ਗੁਰ ਤਜ ਜਾਚੈ ਹੋਰ। ਉਹ ਵਿਅਕਤੀ ਰੱਬ ਦੀ ਦਰਗਾਹ ਵਿੱਚ ਵੀ ਉਹਨਾਂ ਨੂੰ ਉਲਾਮੇ ਸਹਾਰਨੇ ਪੈਂਦੇ ਨੇ ਜਿਨ੍ਹਾਂ ਨੇ ਗੁਰੂ ਨੂੰ ਛੱਡ ਕੇ ਹੋਰ ਦੀ ਆਰਾਧਨਾ ਕੀਤੀ ਹੈ। ਮਤਲਬ ਤੁਸੀਂ ਨਿਕਲ ਕੇ ਬਾਹਰ ਵੇਖੋ ਤਾਂ ਸਹੀ, ਕੋਈ ਪਿੱਪਲ ਅੱਗੇ ਹੱਥ ਜੋੜੀ ਜਾਂਦਾ ਹੈ, ਕੋਈ ਟਾਹਲੀ ਅੱਗੇ ਹੱਥ ਜੋੜੀ ਜਾਂਦਾ ਹੈ, ਕੋਈ ਬੇਰੀ ਅੱਗੇ ਹੱਥ ਜੋੜੀ ਜਾਂਦਾ ਹੈ, ਕੋਈ ਮੜੀਆਂ ਅੱਗੇ ਹੱਥ ਜੋੜੀ ਜਾਂਦਾ ਹੈ, ਕੋਈ ਕਬਰਾਂ ਅੱਗੇ ਹੱਥ ਜੋੜੀ ਜਾਂਦਾ ਹੈ। ਜਿੱਥੇ 2 ਇੱਟਾਂ ਤੇ ਦੀਵਾ ਜਗੀ ਜਾਂਦਾ ਉੱਥੇ ਬੰਦਾ ਮੱਥਾ ਟੇਕੀ ਜਾਂਦਾ। ਅਗਰ ਗੁਰੂ ਨੂੰ ਛੱਡ ਕੇ ਕਿਤੇ ਹੋਰ ਮੰਗਣ ਜਾਓਗੇ ਤੇ ਉਲਾਮਾ ਮਿਲੇਗਾ। ਬਹੁਤ ਵੱਡੀ ਸ਼ਰਮਿੰਦਗੀ ਹੋਏਗੀ। ਉਲਾਮਾ ਪਤਾ ਕਿਹਨੂੰ ਕਹਿੰਦੇ ਨੇ? ਉਲਾਮਾ ਹੁੰਦਾ ਵੀ ਤੁਹਾਡੇ ਫਾਦਰ ਕੋਲੇ ਸਕੂਟਰ ਹੈ, ਸਾਈਕਲ ਵੀ ਹੈ, ਟਰੈਕਟਰ ਵੀ ਹੈ। ਤੁਸੀਂ ਗੁਆਂਢੀਆਂ ਦੇ ਘਰ ਗਏ ਕਿ ਭਾਜੀ ਸਾਈਕਲ ਸਕੂਟਰ ਚਾਹੀਦਾ ਹੈ, ਤੇ ਅਗਲਾ ਕਹੇਗਾ ਵੀ ਤੈਨੂੰ ਤੇਰਾ ਪਿਓ ਨਹੀਂ ਦਿੰਦਾ। ਹੁਣ ਤੁਸੀਂ ਕਹੋ ਜੀ, ਕਹਿ ਦੋਗੇ ਜੀ ਨਹੀਂ ਦਿੰਦਾ ਜੀ, ਫਿਰ ਤੁਹਾਨੂੰ ਸਾਰੀ ਗੱਲ ਦੱਸਣੀ ਪੈਣੀ ਵੀ ਕਿਉਂ ਨਹੀਂ ਦਿੰਦਾ, ਤੇਰੇ ਪਿਓ ਨਾਲ ਕਿਉਂ ਨਹੀਂ ਬਣਦੀ। ਵੀ ਪਿਓ ਖੜੂੰਦ ਹੈ, ਤੇਰਾ ਪਿਓ ਖੜੂੰਦ ਹੈ ਕਿ ਤੂੰ ਨਲਾਇਕ ਹੈ। ਤੁਹਾਡੇ ਘਰ ਦਾ ਸਾਰਾ ਹੀ ਪਾਜ ਉਗੜ ਜਾਏਗਾ ਉੱਥੇ। ਉਹਦਾ ਗੁਬਾਰਾ ਜਿਹਾ ਬਣਾਈ ਫਿਰਦੇ ਨਾ ਆਪਾਂ, ਇੱਜ਼ਤ ਦਾ ਉਹ ਸਾਰਾ ਫਟ ਜਾਏਗਾ ਉੱਥੇ। ਹਾਂਜੀ, ਜਬ ਸਤਿਗੁਰ ਅਸ ਬਚਨ ਉਚਾਰੇ ਦੰਬੀ ਲੱਜਤ ਸਭਾ ਮਝਾਰੇ। ਜਦੋਂ ਸਤਿਗੁਰੂ ਨੇ ਐਸੇ ਬਚਨ ਉਚਾਰੇ ਨੇ ਜਿਹੜੇ ਦੰਬੀ ਪਖੰਡੀ ਸੀ, ਉਹ ਬੜੇ ਸ਼ਰਮਿੰਦੇ ਹੋਏ। ਵੱਡੇ ਵੱਡੇ ਮੱਥੇ ਤੇ ਉਹਨਾਂ ਦੇ ਤਿਲਕ ਲੱਗੇ ਨੇ, ਪੇਟਾਂ ਤੇ ਚੱਕਰ ਬਣੇ ਨੇ, ਜਨੇਊ ਪਾਏ ਨੇ, ਧੋਤੀਆਂ ਬੱਧੀਆਂ ਨੇ, ਕਿਉਂਕਿ ਉਹ ਅਣਜਾਣ ਲੋਕਾਂ ਦੇ ਵਿੱਚ ਤੁਰੇ ਫਿਰਦੇ ਆਪਣੇ ਆਪ ਨੂੰ ਮਹਾਰਥੀ ਸਮਝਦੇ ਸੀ। ਪਰ ਉਗੜ ਗਇਓ ਜੈਸੇ ਖੋਟਾ ਢਬੂਆ। ਕਦੋਂ? ਜਦੋਂ ਸਰਾਫਾਂ ਦੀ ਨਜ਼ਰ ਵਿੱਚ ਚੜ ਗਿਆ, ਜਦੋਂ ਚੰਗੇ ਸਿਆਣੇ ਸੁਨਿਆਰੇ ਨੇ ਵੇਖਿਆ ਤਾਂ ਉਹਨੇ ਕਿਹਾ ਵੀ ਇਹ ਤੇ ਨਕਲੀ ਹੈ, ਇਹ ਅਸਲੀ ਹੈ ਹੀ ਨਹੀਂ। ਪੰਡਤ ਪ੍ਰਸ਼ਨ ਕਰੇ ਕਹਿ ਬਾਨੀ ਕਿਹ ਉਪਾਸ਼ ਨ ਤੁਮ ਮਨ ਠਾਨੀ। ਬੜੇ ਸ਼ਰਮਿੰਦੇ ਹੋਏ, ਪਰ ਹੁਣ ਉਹਨਾਂ ਨੇ ਅਗਲੀ ਗੱਲ ਫਿਰ ਤੋਰਨ ਦੀ ਕੋਸ਼ਿਸ਼ ਕੀਤੀ।
ਵੇਖੋ ਪੜ੍ਹੇ ਲਿਖੇ ਦੇ ਵਿੱਚ ਇੱਕ ਦੋਸ਼ ਹੈ, ਜਾਂ ਇਉਂ ਕਹਿ ਲਈਏ ਕਿ ਪੜ੍ਹੇ ਲਿਖੇ ਦੇ ਕੋਲ ਇੱਕ ਟੈਕਟ ਹੈ। ਟੈਕਟ ਕੀ ਹੈ? ਉਹ ਕਹਿੰਦੇ ਵੀ ਜੇ ਤੁਸੀਂ ਕਿਸੇ ਨੂੰ ਕਨਵਿੰਸ ਨਾ ਕਰ ਸਕੋ ਤੇ ਕਨਫਿਊਜ਼ ਕਰ ਦਿਓ। ਹੁਣ ਇੱਕ ਚੀਜ਼ ਵਿੱਚ ਸ਼ਰਮਿੰਦੇ ਹੋਏ ਹੁਣ ਉਹ ਪੰਡਤ ਸੀਗੇ, ਗਾਂਹ ਤੁਰ ਪਏ, ਕਹਿੰਦੇ ਵੀ ਚਲੋ ਨਾਨਕ ਜੀ ਇਹ ਗੱਲਾਂ ਤੇ ਤੁਹਾਡੀਆਂ ਮੰਨੀਆਂ, ਪਰ ਅਗਲੀ ਗੱਲ ਇਹ ਦੱਸੋ ਕਿ ਪੰਡਤ ਪ੍ਰਸ਼ਨ ਕਰੈ ਕਹਿ ਬਾਨੀ ਕਿਹੇ ਉਪਾਸ਼ਨਾ ਤੂੰ ਮਨ ਠਾਨੀ। ਕਹਿੰਦੇ ਚਲੋ ਇਹ ਦੱਸੋ ਤੁਸੀਂ ਉਪਾਸ਼ਨਾ ਕਿਹਦੀ ਕਰਦੇ ਹੋ, ਤੁਸੀਂ ਕਿਹਦੀ ਪੂਜਾ ਕਰਦੇ ਹੋ, ਤੁਹਾਡਾ ਇਸ਼ਟ ਕੌਣ ਹੈ, ਤੁਸੀਂ ਰੱਬ ਅਵਤਾਰ ਤੁਸੀਂ ਕਿਸ ਨੂੰ ਮੰਨਿਆ ਹੋਇਆ? ਹਾਂਜੀ, ਨਿਰਗੁਣ ਕੈ ਸਰਗੁਣ ਕੀ ਸੇਵਾ, ਕਹਿ ਕੀ ਕਰੋ ਕਹੋ ਨਿਜ ਭੇਵਾ। ਉਹ ਪੁੱਛਦੇ ਨੇ ਕਿ ਤੁਸੀਂ ਨਿਰਗੁਣ ਦੀ ਪੂਜਾ ਕਰਦੇ ਹੋ ਕਿ ਸਰਗੁਣ ਦੀ ਕਰਦੇ ਹੋ? ਦੱਸੋ ਇਹ ਉਪਾਸ਼ਨਾ ਜਿਹੜੀ ਹੈ ਤੁਹਾਡੇ ਮਨ ਦੇ ਵਿੱਚ ਕਹਿ ਕੀ ਕਰੋ ਕਹੋ ਨਿਜ ਭੇਵਾ, ਆਪਣੇ ਅੰਦਰ ਦਾ ਭੇਦ ਦਿਓ ਕਿ ਤੁਸੀਂ ਨਿਰਗੁਣ ਦੇ ਉਪਾਸ਼ਕ ਹੋ ਕਿ ਸਰਗੁਣ ਦੇ ਉਪਾਸ਼ਕ ਹੋ। ਹਾਂਜੀ, ਸੁਨ ਸ਼੍ਰੀ ਨਾਨਕ ਬੈਨ ਉਚਾਰੇ, ਪ੍ਰਿਥਕ ਪ੍ਰਿਥਕ ਦਵੈ ਨਹੀਂ ਵਿਚਾਰੇ। ਅੱਗੋਂ ਸਤਿਗੁਰੂ ਕਹਿਣ ਲੱਗੇ ਪੰਡਤ ਜਨੋ, ਜਿਹਦੀ ਉਪਾਸ਼ਨਾ ਮੈਂ ਕਰਦਾ ਉਹ ਪ੍ਰਿਥਕ ਨਹੀਂ ਹੈ, ਨਿਰਗੁਣ ਆਪ ਸਰਗੁਣ ਭੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਨਿਰਗੁਣ ਵੀ ਉਹ ਹੈ, ਸਰਗੁਣ ਵੀ ਉਹ ਹੈ। ਜਿਹੜੀ ਰੋਜ਼ ਇੱਥੇ ਆਰਤੀ ਪੜ੍ਹੀ ਜਾਂਦੀ ਹੈ ਅਸੀਂ ਕਦੇ ਧਿਆਨ ਹੀ ਨਹੀਂ ਦਿੱਤਾ। ਹੁਣ ਆਰਤੀ ਰੱਬ ਦੀ ਹੋਣ ਲੱਗੀ ਹੈ ਤੇ ਰੱਬ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਹਿਜ ਤਵ ਨੈਣ, ਪ੍ਰਮਾਤਮਾ ਤੇਰੇ ਹਜ਼ਾਰਾਂ ਨੇਤਰ ਨੇ। ਹੁਣ ਇਹ ਕਿੱਦਾਂ ਮੰਨ ਲਈਏ ਜੀ ਇੱਕ ਦੇ ਹਜ਼ਾਰਾਂ ਨੇਤਰ ਨੇ? ਪਰ ਤੇਰੇ ਆਪਣੇ ਦੋ ਵੱਖਰੇ ਨੇਤਰ ਕੋਈ ਨਹੀਂ। ਸਹਿਸ ਮੂਰਤ ਹਜ਼ਾਰਾਂ ਹੀ ਮੂਰਤੀਆਂ ਤੇਰੀਆਂ ਨੇ, ਨਨਾ ਇੱਕ ਤੋਂ ਹੀ, ਤੇਰੀ ਆਪਣੀ ਕੋਈ ਵੀ ਨਹੀਂ ਹੈ। ਉਹਦੇ ਅਰਥ ਕੀ ਨੇ? ਉਹਦੇ ਅਰਥ ਹੈ ਕਿ ਸਾਰਿਆਂ ਦੇ ਵਿੱਚ ਬੈਠਾ ਰੱਬ ਵੇਖਦਾ ਹੈ, ਸਾਰੇ ਸਰੀਰ ਰੱਬ ਦੇ ਸਰੀਰ ਨੇ, ਸਾਰੇ ਬੰਦੇ ਰੱਬ ਦੇ ਬੰਦੇ ਨੇ, ਇਹਨਾਂ ਬੰਦਿਆਂ ਦੇ ਵਿੱਚ ਹੀ ਰੱਬ ਰਹਿੰਦਾ ਹੈ। ਸਤਿਗੁਰੂ ਕਹਿਣ ਲੱਗੇ ਕਿ ਨਿਰਗੁਣ ਸਰਗੁਣ ਵਿੱਚ ਕੀ ਫਰਕ ਹੈ ਭਾਈ? ਨਹੀਂ, ਉਹ ਇੱਕੋ ਹੀ ਪਰਮਾਤਮਾ ਹੈ। ਨਿਰਗੁਣ ਕਹਿ ਸਰਗੁਣ ਕੀ ਸੇਵਾ, ਇਹ ਸਵਾਲ ਉਹਨਾਂ ਦਾ ਸੀ। ਸੁਣ ਸ਼੍ਰੀ ਨਾਨਕ ਬੈਣ ਉਚਾਰੇ, ਪ੍ਰਿਥਕ ਪ੍ਰਿਥਕ ਦਵੈ ਨਹੀਂ ਵਿਚਾਰੇ। ਸਤਿਗੁਰੂ ਕਹਿੰਦੇ ਭਾਈ ਦੋ ਰੱਬ ਨਹੀਂ, ਕਿ ਨਿਰਗੁਣ ਹੋਰ ਹੈ ਤੇ ਸਰਗੁਣ ਹੋਰ ਹੈ। ਹਾਂਜੀ, ਭੇਦ ਹੋਏ ਤੋ ਪ੍ਰਿਥਕ ਸੇਵਾ, ਨਿਰਗੁਣ ਸਰਗੁਣ ਲਖੋ ਅਪੇਵਾ। ਜੇ ਨਾ ਭੇਦ ਹੋਵੇ ਨਾ ਗਿਆਨ ਹੋਵੇ ਤੇ ਦੋ ਰੱਬ ਨੇ, ਗਿਆਨ ਹੋਵੇ ਤੇ ਰੱਬ ਇੱਕੋ ਹੀ ਹੈ। ਨਿਰਗੁਣ ਵੀ ਆਪ ਹੈ, ਸਰਗੁਣ ਵੀ ਆਪ ਹੈ। ਹਾਂਜੀ, ਜੋ ਦੋਨੋਂ ਮੈਂ ਭੇਦ ਪਛਾਨੈ, ਸੋ ਮਾਨਵ ਜਾਨੋ ਅਣਜਾਣੇ। ਜਿਸ ਵਿਅਕਤੀ ਨੇ ਦੋ ਰੱਬ ਮੰਨੇ ਨੇ ਕਿ ਨਿਰਗੁਣ ਹੋਰ ਹੈ ਸਰਗੁਣ ਹੋਰ ਹੈ, ਇਹ ਸਮਝ ਲੈਣਾ ਉਹ ਅਣਜਾਣ ਵਿਅਕਤੀ ਹੈ। ਉਹੀ ਅਨਾੜੀ ਹੈ। ਧਰਮ ਦੀ ਦੁਨੀਆ ਵਿੱਚ ਵੀ ਅਨਾੜੀ ਲੋਕ ਹੈਗੇ ਨੇ, ਉਹ ਰੱਬ ਹੀ ਦੋ ਮੰਨ ਕੇ ਬੈਠੇ ਹੋਏ ਨੇ। ਨਿਰਗੁਣ ਕਿਸੇ ਹੋਰ ਨੂੰ ਮੰਨਦੇ ਨੇ, ਸਰਗੁਣ ਕਿਸੇ ਹੋਰ ਨੂੰ ਮੰਨਦੇ ਨੇ। ਸਤਿਗੁਰੂ ਕਹਿੰਦੇ ਨੇ ਨਹੀਂ, ਨਿਰਗੁਣ ਤੇ ਸਰਗੁਣ ਉਹ ਆਪ ਹੀ ਹੈ। ਦੋ ਵੱਖਰੇ ਵੱਖਰੇ ਰੱਬ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਨਹੀਂ ਮੰਨੇ। ਹਾਂਜੀ, ਨਿਰਗੁਣ ਹਵੈ ਸਭ ਦੇਹ ਮੈਂ, ਦ੍ਰਿਸ਼ਟਾਵਤ ਹੈ ਸੋਏ। ਇਸ ਕਰਕੇ ਨਿਰਗੁਣ ਹਵੈ ਸਭ ਦੇਹ ਮੇ, ਸਾਰੇ ਸਰੀਰਾਂ ਦੇ ਵਿੱਚ ਉਹ ਜਿਹੜਾ ਪ੍ਰਮਾਤਮਾ ਹੈ ਉਹ
ਨਜ਼ਰ ਵੀ ਆਉਂਦਾ ਹੈ ਤੇ ਨਿਰਗੁਣ ਵੀ ਹੈ। ਸਾਰਿਆਂ ਦੇ ਵਿੱਚ ਉਹੀ ਬੈਠਾ ਹੈ। ਜਦੋਂ ਸਾਰਿਆਂ ਵਿੱਚ ਬੈਠਾ ਹੋਵੋਗੇ, ਬੈਠਾ ਵੇਖੋਗੇ, ਤੇ ਤੁਹਾਨੂੰ ਸਮਝ ਆ ਜਾਏਗੀ ਵੀ ਪਰਮਾਤਮਾ ਦਾ ਇਹੀ ਰੂਪ ਜਿਹੜਾ ਇਹ ਸਰਗੁਣ ਹੈ। ਹਾਂਜੀ। ਬ੍ਰਿਜ ਮਹਿ ਕਰੇ ਕਲੋਲ ਪੁੰਨ, ਤਨ ਧਰ ਸਰ ਗੁਣ ਸੋਏ। ਸਤਿਗੁਰੂ ਕਹਿੰਦੇ ਜਿਹੜਾ ਅਵਤਾਰੀ ਪੁਰਖ ਇੱਥੇ ਬ੍ਰਿਜ ਵਿੱਚ ਆਇਆ ਸੀ, ਇਸ ਧਰਤੀ ਤੇ ਆਇਆ ਸੀ, ਇਸ ਬ੍ਰਿੰਦਾਬਨ ਵਿੱਚ ਆਇਆ ਸੀ, ਉਹ ਕੌਣ ਸੀ ਭਾਈ? ਇਹ ਰੱਬ ਦਾ ਇੱਕ ਸਰਗੁਣ ਰੂਪ ਸੀ। ਹਾਂਜੀ। ਸ਼੍ਰੀ ਕ੍ਰਿਸ਼ਨ ਪੇਹਯ ਅਵਤਾਰਾ, ਜਿਨ ਆਵਣੀ ਕੋ ਪਾਰ ਨਿਵਾਰਾ। ਇੱਥੇ ਸ਼੍ਰੀ ਕ੍ਰਿਸ਼ਨ ਜੀ ਦੇ ਰੂਪ ਵਿੱਚ ਧਰਤੀ ਦੇ ਭਾਰ ਨੂੰ ਉਸ ਰੱਬ ਨੇ ਆਪ ਨਿਵਾਰਿਆ। ਅਵਤਾਰ ਵੀ ਉਹ ਆਪ ਹੈ, ਅਜੂਨੀ ਵੀ ਆਪ ਹੈ, ਕਿਉਂ ਜੂਨਾ ਚਾਹੁੰਦਾ ਹੀ ਨਹੀਂ, ਪਰ ਉਹ ਸਰਗੁਣ ਰੂਪ ਦੇ ਵਿੱਚ ਅਵਤਾਰ ਵੀ ਧਾਰਨ ਕਰਦਾ ਹੈ। ਹਾਂਜੀ। ਤਿਹ ਕੇ ਚਰਤ ਹਿਰਦੇ ਤੁਮ ਤਾਰੋ, ਸ਼ੁੱਧ ਆਤਮੈ ਕਪਟ ਵਿਸਾਰੋ। ਸਤਿਗੁਰੂ ਕਹਿਣ ਲੱਗੇ, ਪੰਡਤ ਜਨੋ, ਸ਼੍ਰੀ ਕ੍ਰਿਸ਼ਨ ਜੀ ਦੇ ਰੂਪ ਵਿੱਚ ਜਿਹੜੇ ਉਹਨਾਂ ਦੇ ਕਰਤੱਵ ਨੇ, ਜਦੋਂ ਸ਼ੁੱਧ ਆਤਮੇ ਤੁਸੀਂ ਉਹਨਾਂ ਨੂੰ, ਉਹਨਾਂ ਦੇ ਜਿਹੜੇ ਚਰਿਤ ਨੇ, ਕੌਤਕ ਨੇ, ਜਿਹੜੀਆਂ ਉਹਨਾਂ ਨੇ ਲੀਲਾ ਕੀਤੀਆਂ ਨੇ, ਵਿਚਾਰੋਗੇ, ਫਿਰ ਤੁਹਾਨੂੰ ਸਮਝ ਆਵੇਗੀ, ਫਿਰ ਤੁਹਾਡੇ ਕਪਟ ਜਿਹੜੇ ਨੇ ਉਹ ਖਤਮ ਹੋ ਜਾਣਗੇ। ਹਾਂਜੀ। ਭਵ ਬੰਧਨ ਮੈਂ ਦਿੜ ਜੇ ਬਾਂਧੇ, ਛੁੱਟੇ ਤਿਨਹਿ ਤੇ ਹਰ ਆਰਾਧੇ। ਜਿਹੜੇ ਭਵ ਦੇ ਸੰਸਾਰ ਦੇ ਬੰਧਨਾਂ ਵਿੱਚ ਬੱਧੇ ਲੋਕ ਨੇ, ਉਹ ਉਸ ਨਿਰਗੁਣ ਪਰਮਾਤਮਾ ਦਾ ਜਦੋਂ ਜਾਪ ਕੀਤਾ ਜਾਂਦਾ ਹੈ ਤੇ ਛੁੱਟ ਜਾਂਦੇ ਨੇ, ਮੁਕਤ ਹੋ ਜਾਂਦੇ ਨੇ। ਕਲ ਮਲ ਕਰੋ ਅੰਤ ਦੁਖਦਾਈ, ਜਪੋ ਨਾਮ ਸਭ ਹੋਏ ਸਹਾਈ। ਇਸ ਕਰਕੇ ਜਿਹੜੇ ਕਲਮਲ ਨੇ, ਇਹਨਾਂ ਦਾ ਵਿਨਾਸ਼ ਕਰੋ, ਇਹਨਾਂ ਦਾ ਖਾਤਮਾ ਕਰੋ, ਇਹਨਾਂ ਦਾ ਅੰਤ ਕਰੋ। ਪਰ ਤਰੀਕਾ ਕੀ ਹੈ? ਜਪੋ ਨਾਮ ਸਭ ਹੋਏ ਸਹਾਈ। ਪਰਮੇਸ਼ਰ ਦਾ ਨਾਮ ਸਿਮਰੋ, ਉਹ ਪਰਮਾਤਮਾ ਹਰ ਥਾਂ ਤੇ ਤੁਹਾਡਾ ਮਦਦਗਾਰ ਬਣੇਗਾ। ਹਾਂਜੀ। ਕਲ ਮੈਂ ਹਰ ਕੀਰਤ ਪਰਦਾਨਾ, ਅਪਰ ਨ ਜਾਨੋ ਇਸੇ ਸਮਾਨਾ। ਇਸ ਕਲਯੁਗ ਦੇ ਵਿੱਚ ਜਿਹੜੀ ਸਭ ਤੋਂ ਪ੍ਰਧਾਨ ਪਰਮਾਤਮਾ ਦੀ ਪੂਜਾ ਉਹ ਕੀਰਤੀ ਹੈ, ਉਹਦੀ ਵਡਿਆਈ ਹੈ। ਅੱਜ ਤੁਸੀਂ ਵੇਖ ਲਓ, ਬੰਦੇ ਕੋਲ ਕੀ ਨਹੀਂ ਹੈ? ਬੰਦੇ ਕੋਲ ਘੜੀ ਹੈ, ਸਮਾਂ ਨਹੀਂ ਹੈ। ਅੱਜ ਤੁਸੀਂ ਕਿਸੇ ਬੰਦੇ ਨੂੰ ਕਹੋ ਕਿ ਤੁਹਾਨੂੰ ਭਾਜੀ 2 ਮਿੰਟ ਤੁਹਾਡੇ, ਮੈਨੂੰ 2 ਮਿੰਟ ਚਾਹੀਦੇ ਨੇ, ਉਹ ਕਹੂਗਾ ਵੀ ਤੁਸੀਂ ਇੱਦਾਂ ਕਰੋ, ਮੈਨੂੰ ਰੋਕੋ ਨਾ, ਕੰਮ ਦੱਸੋ, ਕੰਮ ਤੁਹਾਡਾ ਹੋ ਜਾਏਗਾ। ਮਤਲਬ ਇੰਨੇ ਪਦਾਰਥ ਨੇ, ਇੰਨਾ ਮਟੀਰੀਅਲਵਾਦ ਹੈ ਕਿ ਪੈਸੇ ਦੀ ਸਾਡੇ ਕੋਲੇ ਕੋਈ ਘਾਟ ਨਹੀਂ ਹੈ, ਪਰ ਵਕਤ ਦੀ ਸਾਡੇ ਕੋਲੇ ਬੜੀ ਘਾਟ ਹੈ। ਮੈਂ ਤਾਂ ਆਪ ਜੀ ਨੂੰ ਦੱਸਿਆ ਸੀ ਵੀ ਬੜੀ ਪੁਰਾਣੀ ਗੱਲ ਹੈ। ਕਿਸੇ ਬੰਦੇ ਨੇ ਅੰਦਰੋਂ ਕਲੋਨੀ ਚੋਂ ਕਾਰ ਕੱਢ ਕੇ ਲਿਆ ਕੇ ਮੇਰੀ ਕਾਰ 'ਚ ਮਾਰੀ, ਤੇ ਮਾਰੀ ਵੀ ਡਰਾਈਵਰ ਵਾਲੇ ਪਾਸੇ। ਉਹ ਤਾਂ ਕੁਦਰਤੀ ਪੁਰਾਣੀ ਕੰਟੈਸਾ ਕਾਰ ਸੀਗੀ, ਤੇ ਬਚਾਅ ਹੋ ਗਿਆ। ਮੈਨੂੰ ਬੜਾ ਦੁੱਖ ਹੋਇਆ ਵੀ ਮੈਂ ਉਹ ਪੁਰਾਣੀ ਲੈ ਕੇ ਬਣਾਈ ਸਵਾਰੀ ਸੀ, ਜਗਾੜ ਜਿਹਾ ਕੀਤਾ ਸੀ, ਪਰ ਇਹਨੇ ਤੇ ਸਾਰੀ ਖਰਾਬ ਕਰਤੀ। ਮੈਂ ਉਤਰਿਆ, ਮੈਂ ਕਿਹਾ ਇਹ ਕੀ ਕੀਤਾ ਜੀ? ਤੁਸੀਂ ਯਕੀਨ ਕਰੋਗੇ? ਉਹਨੇ ਪਰਸ ਕੱਢਿਆ, ਕਹਿੰਦਾ ਪੈਸੇ ਦੱਸੋ। ਮੈਨੂੰ ਕਾਹਲੀ ਬੜੀ ਹੈ। ਉਹਦੇ ਇੰਨਾ ਕਹਿਣ ਤੋਂ ਬਾਅਦ ਮੇਰਾ ਤੇ ਗੁੱਸਾ ਤੇ ਮੁੜ ਕੇ ਰਿਹਾ ਹੀ ਨਹੀਂ, ਤੇ ਨਾ ਹੀ ਮੈਂ ਮੁੜ ਕੇ ਉਹਦੇ ਕੋਲੋਂ ਪੈਸੇ ਮੰਗੇ। ਵੀ ਮੈਂ ਜਿੱਥੋਂ ਡੈਂਟ ਕਢਾਉਂਦਾ ਸੀ, ਮੈਂ ਕਿਹੜਾ ਪੈਸੇ ਦਿੰਦਾ ਸੀ। ਪਰ ਮੈਨੂੰ ਇੱਕ ਗੱਲ ਜ਼ਰੂਰ ਕਹੀ, ਮੈਂ ਕਿਹਾ ਭਰਾਵਾ ਹੁਣ ਇੰਨਾ ਕਾਹਲਾ ਨਾ ਤੁਰੀ ਵੀ ਘਰ ਮੁੜੇ ਹੀ ਨਾ ਤੂੰ। ਮਤਲਬ ਜਿੰਨਾ ਕਾਹਲਾ ਤੂੰ ਇੱਥੋਂ ਕਲੋਨੀ ਚੋਂ ਨਿਕਲਿਆ, ਜੇ ਕਿਤੇ ਇੰਨਾ ਹੀ ਕਾਹਲਾ ਗਾਂਹ ਗਿਓ ਤੇ ਫਿਰ ਤੂੰ ਰਾਤ ਨੂੰ ਘਰ ਵਾਪਸ ਨਹੀਂ ਆਉਂਦਾ। ਤੂੰ ਮੇਰੇ ਪੈਸੇ ਛੱਡ।
ਇਹ ਗੱਲ 20-22 ਸਾਲ ਪੁਰਾਣੀ ਤੁਹਾਨੂੰ ਮੈਂ ਦੱਸਦਾ ਵੀ ਉਹਨੇ ਇਹ ਨਹੀਂ ਕਿਹਾ ਵੀ ਚਲੋ ਭਾਜੀ ਕੋਈ ਨਹੀਂ ਮੇਰੇ ਤੋਂ ਗਲਤੀ ਹੋ ਗਈ ਹੈ, ਵੀ ਤੁਹਾਨੂੰ ਕੀ ਫਰਕ ਪੈਂਦਾ ਤੁਸੀਂ ਠੀਕ ਕਰਾ ਲਿਓ ਨਾ। ਪਰਸ ਕੱਢਿਆ, ਕਹਿੰਦਾ ਪੈਸੇ ਦੱਸੋ। ਮੇਰਾ ਖਿਆਲ ਉਸ ਭਲੇ ਸਮੇਂ ਮੈਂ 1000-2000 ਰੁਪਈਆ ਮੰਗਦਾ, ਉਹਨੇ ਦੇ ਦੇਣਾ ਸੀ। ਉਹ ਕਹਿੰਦਾ ਜੀ ਮੇਰੇ ਕੋਲ ਟਾਈਮ ਨਹੀਂ ਹੈਗਾ। ਮੈਂ ਕਿਹਾ ਭਰਾਵਾ ਇੰਨੀ ਕਾਹਲੀ ਨਾ ਕਰ ਕਿ ਮੁੜ ਕੇ ਰਾਤ ਨੂੰ ਘਰ ਵੀ ਨਾ ਮੁੜੇ ਤੂੰ। ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਨਾਮ ਦੀ ਵਡਿਆਈ ਹੈ, ਕਿਉਂਕਿ ਨਾਮ ਜਪਣ ਲਈ ਪੈਸਾ ਨਹੀਂ ਚਾਹੀਦਾ, ਵਕਤ ਚਾਹੀਦਾ। ਹੁਣ ਜਿਹਨੇ ਜਪਜੀ ਸਾਹਿਬ ਦਾ ਪਾਠ ਕਰਨਾ ਹੈ, ਬਹੁਤ ਅਭਿਆਸ ਹੋਵੇ ਤੇ ਤਾਂ ਵੀ 5 ਮਿੰਟ ਚਾਹੀਦੇ ਨੇ, ਨਹੀਂ ਤੇ ਕਈਆਂ ਨੂੰ ਤੇ ਅੱਧਾ ਘੰਟਾ ਵੀ ਲੱਗ ਜਾਂਦਾ ਹੈ। ਜਦੋਂ ਮੈਂ ਪਹਿਲੀ ਵਾਰੀ ਆਨੰਦ ਸਾਹਿਬ ਦਾ ਪਾਠ ਕੀਤਾ ਸੀ, ਮੈਨੂੰ 45 ਮਿੰਟ ਲੱਗੇ ਸੀ, ਉਹ ਵੀ ਗੁਟਕੇ ਤੋਂ ਵੇਖ ਕੇ। ਕਈ ਐਸੇ ਨੇ ਜਿਹੜੇ ਨਵਾਂ ਜਦੋਂ ਨਿਤਨੇਮ ਸ਼ੁਰੂ ਕਰਦੇ ਹੋ ਤੇ 2.5-3 ਘੰਟੇ ਵਿਚਾਰੇ ਲੱਗੇ ਰਹਿੰਦੇ ਨੇ। 5 ਪਿਆਰੇ ਨੇ ਤੇ ਕਹਿਤਾ ਵੀ 5 ਬਾਣੀਆਂ ਦਾ ਨਿਤਨੇਮ ਕਰਨਾ ਹੈ। ਹੁਣ ਜਿਹਨੇ ਜਾਪ ਸਾਹਿਬ ਪੜ੍ਹਿਆ ਹੀ ਨਹੀਂ, ਉਹਦਾ ਤੇ ਘੰਟਾ ਸਵਾ ਘੰਟਾ ਗਿਆ। ਠੀਕ ਹੈ, ਹੌਲੀ ਹੌਲੀ ਫਿਰ 50 ਮਿੰਟ ਘੰਟੇ ਵਿੱਚ ਨਿਤਨੇਮ ਹੋ ਜਾਂਦਾ ਹੈ। ਪਰ ਇਸ ਗੱਲ ਨੂੰ ਟਾਈਮ ਲੱਗੇਗਾ, ਸਾਲ ਲੱਗਣਗੇ। ਫਿਰ ਉਹ ਬਾਣੀ ਕੰਠ ਹੋਏਗੀ, ਬਾਣੀ ਚਲੰਤ ਹੋਏਗੀ, ਹੌਲੀ ਹੌਲੀ ਸਮਾਂ ਘਟ ਜਾਏਗਾ। ਪਰ ਫਿਰ ਵੀ ਵਕਤ ਚਾਹੀਦਾ ਹੈ। ਨਾਮ ਜਪਣ ਲਈ ਪੈਸੇ ਦੀ ਲੋੜ ਨਹੀਂ, ਸਮੇਂ ਦੀ ਲੋੜ ਹੈ। ਤੇ ਇਕੱਲਾ ਸਮੇਂ ਨਾਲ ਵੀ ਨਹੀਂ, ਫਿਰ ਤੁਹਾਡੀ ਉੱਥੇ ਇਕਾਗਰਤਾ ਦੀ ਵੀ ਲੋੜ ਹੈ, ਤੁਹਾਡੀ ਉੱਥੇ ਮਨ ਦੀ ਸ਼ੁੱਧਤਾ ਦੀ ਵੀ ਲੋੜ ਹੈ। ਤੇ ਉਹਦੇ ਲਈ ਮੈਂ ਪਹਿਲਾਂ ਵੀ ਤੁਹਾਨੂੰ ਬੇਨਤੀ ਕੀਤੀ ਵੀ ਸਾਰਾ ਕੁਝ ਹੀ ਚੇਂਜ ਹੋਏਗਾ ਤੁਹਾਡਾ, ਟੋਟਲ। ਤੁਹਾਡਾ ਵੇਖਣਾ, ਸੁਣਨਾ, ਬੋਲਣਾ, ਉੱਠਣਾ, ਬੈਠਣਾ, ਸੌਣਾ, ਜਾਗਣਾ, ਮਿੱਤਰ ਦੋਸਤ ਸਭ ਚੇਂਜ ਹੋਣਗੇ। ਹੁਣ ਸ਼ਰਾਬੀਆਂ ਨਾਲ ਦੋਸਤੀ ਪਾ ਕੇ ਰਾਤ ਨੂੰ ਗੁਰਦੁਆਰੇ ਜਾ ਸਕੋਗੇ ਤੁਸੀਂ? ਰਾਤ ਨੂੰ ਨੱਚਣ ਟੱਪਣ ਵਾਲਿਆਂ ਨਾਲ ਦੋਸਤੀ ਪਾ ਕੇ ਅੰਮ੍ਰਿਤ ਵੇਲੇ ਉੱਠ ਲੋਗੇ ਤੁਸੀਂ? ਨਾ, ਸਭ ਛੱਡਣੇ ਪੈਣਗੇ ਤੁਹਾਨੂੰ। ਫਿਰ ਰੋਜ਼ ਹੀ ਕਹਿਣਾ ਪਵੇਗਾ ਵੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਤਾਂ ਜਾ ਕੇ ਸਿੱਖੀ ਸੰਭਾਲੀ ਜਾਣੀ ਹੈ। ਹਾਂਜੀ। ਭਗਤ ਕਰੋ ਸਭ ਹੀ ਸੁਖ ਪਾਵੋ, ਕਸ਼ਟ ਹੋਏ ਜੇ ਦੰਭ ਕਮਾਵੋ। ਸਤਿਗੁਰੂ ਕਹਿੰਦੇ ਭਗਤੀ ਦੇ ਤੁਲ ਅਪਰ ਨਾ ਜਾਣੋ ਇਸੇ ਸਮਾਨਾ। ਇਹਦੇ ਤੁਲ ਕੋਈ ਧਰਮ ਕਰਮ ਨਹੀਂ ਹੈ ਇਹਦੇ ਬਰਾਬਰ। ਭਗਤ ਕਰੋ ਸਭ ਹੀ ਸੁਖ ਪਾਵੋ, ਭਗਤੀ ਹੈ ਹੀ ਸੁਖ ਦੇਣ ਵਾਲੀ ਹੈ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸੁਖਮਣੀ ਸਾਹਿਬ। ਸਾਰੇ ਪਾਠ ਦਾ ਨਿਚੋੜੀ ਇੰਨਾ ਕਿ ਪ੍ਰਮਾਤਮਾ ਨੂੰ ਸਿਮਰੀ ਜਾਓ, ਸੁਖ ਪਾਈ ਜਾਓ ਭਾਈ। ਕਸ਼ਟ ਹੋਏ ਜੇ ਦੰਭ ਕਮਾਵੋ, ਪਰ ਜੇ ਪਖੰਡ ਕਰੋਗੇ ਤਾਂ ਫਿਰ ਤਾਂ ਦੁੱਖ ਭੋਗਣੇ ਹੀ ਪੈਣਗੇ। ਸੁਖ ਰੱਬ ਦੀ ਭਗਤੀ ਵਿੱਚ ਹੈ ਤੇ ਕਰਮ ਕਾਂਡਾਂ ਪਖੰਡਾਂ ਦੇ ਵਿੱਚ ਦੁੱਖ ਹੈ। ਹਾਂਜੀ। ਦਇਆ ਸਦਨ ਕੇ ਬਦਨ ਤੇ, ਬਚਨ ਸੁਣੇ ਗਤ ਦੈਨ। ਮੁਕਤੀ ਦੇ ਦਾਤੇ ਗੁਰੂ ਨਾਨਕ ਦੇ ਮੁਖ ਤੋਂ ਬ੍ਰਿੰਦਾਬਨ ਦੇ ਵਿੱਚ ਜਿਹੜੇ ਵੱਖਰੇ ਵੱਖਰੇ ਧਰਮ ਵਰਨਾਂ ਦੇ ਆਸ਼ਰਮਾਂ ਦੇ ਲੋਕ ਇਕੱਠੇ ਹੋਏ ਸਨ, ਜਦੋਂ ਉਹਨਾਂ ਨੇ ਐਸੇ ਬਚਨ ਐਸੀ ਬਾਣੀ ਸਤਿਗੁਰਾਂ ਤੋਂ ਸੁਣੀ ਹੈ। ਹਾਂਜੀ। ਹਿਰਦੈ ਸ਼ੁੱਧ ਬੰਧਨ ਕਰਤ, ਸਿੱਖ ਭਏ ਮਨ ਚੈਨ। ਫਿਰ ਇਹਨਾਂ ਦੇ ਹੱਥ ਜੁੜੇ, ਫਿਰ ਇਹਨਾਂ ਨੇ ਮੱਥਾ ਟੇਕਿਆ, ਫਿਰ ਇਹਨਾਂ ਦੇ ਮਨ ਨੂੰ ਸ਼ਾਂਤੀ ਆਈ। ਹਾਂਜੀ। ਜਿਤੇ ਹਤੇ ਜਾਤਰੀ ਤੇ ਥਾਈ, ਸੁਨ ਸਤ ਗੁਰ ਢਿਗ ਆਵਤ ਧਾਈ। ਜਿਤੇ ਹੋਤੇ ਜਾਤਰੀ ਤੇ ਥਾਈ। ਬ੍ਰਿੰਦਾਬਨ ਵਿੱਚ ਜਿਹੜੇ ਯਾਤਰੂ ਲੋਕ ਆਏ ਸਨ, ਜਿਹੜੇ ਇਸ ਧਰਮ ਸਥਾਨ ਤੇ ਬਾਹਰੋਂ ਚੱਲ ਕੇ ਲੋਕ ਆਏ ਸਨ, ਸੁਣ ਸਤਿਗੁਰ ਢਿਗ ਆਵਤ ਧਾਈ। ਫਿਰ ਕੀ ਸੀ? ਫਿਰ ਤਾਂ ਦੌੜ ਲੱਗ ਗਈ, ਭੱਜ ਭੱਜ ਕੇ ਲੋਕ ਆਉਂਦੇ ਨੇ, ਦਰਸ਼ਨ ਕਰਦੇ ਨੇ, ਮੱਥਾ ਟੇਕਦੇ ਨੇ। ਹਾਂਜੀ। ਬੰਧਨ ਕਰੇ ਉਪਾਇਨ ਧਰ ਕੈ,
ਬਿਨੈ ਪਣੇ ਮਹਾਂਪੁਰਖ ਵਿਚਰ ਕੈ। ਇਹ ਹੁਣ ਸਤਿਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਦੇ ਨੇ, ਖਾਲੀ ਹੱਥ ਨਹੀਂ ਟੇਕਦੇ, ਭੇਟਾਵਾਂ ਵੀ ਰੱਖਦੇ ਨੇ। ਫਿਰ ਬਿਨੇ ਭਨੇ, ਫਿਰ ਬੇਨਤੀਆਂ ਵੀ ਕਰਦੇ ਨੇ, ਭੇਟਾ ਵੀ ਦਿੰਦੇ ਨੇ, ਹੱਥ ਵੀ ਜੋੜਦੇ ਨੇ, ਮੱਥੇ ਵੀ ਟੇਕਦੇ ਨੇ, ਬੇਨਤੀਆਂ ਵੀ ਕਰਦੇ ਨੇ। ਹਾਂਜੀ। ਸ਼੍ਰੀ ਗੁਰ ਸਭਹਿ ਨ ਦੇ ਉਪਦੇਸ਼ਾ, ਸਤਨਾਮ ਸਿਮਰੋ ਜਗਤੇਸ਼ਾ। ਪਰ ਸਤਿਗੁਰੂ ਸਾਰਿਆਂ ਨੂੰ ਵੱਖਰੀ ਵੱਖਰੀ ਬਿਮਾਰੀ ਦੀ ਦਵਾਈ ਇੱਕ ਦਿੰਦੇ ਨੇ, ਸਭ ਨੂੰ ਇੱਕੋ ਹੀ ਗੱਲ ਕਹਿੰਦੇ ਨੇ, ਸਤਨਾਮ ਸਿਮਰਨ ਜਗਤੀਸ਼ਾ। ਬਈ ਦਵਾਈ ਇੱਕੋ ਹੀ ਹੈ, ਜਿਹੜਾ ਜਗਤ ਈਸ਼ਵਰ ਪਰਮਾਤਮਾ ਹੈ ਉਹਦਾ ਨਾਮ ਸਿਮਰਿਆ ਕਰੋ, ਉਹਦਾ ਪਾਠ ਕਰਿਆ ਕਰੋ, ਉਹਦੀ ਭਗਤੀ ਕਰਿਆ ਕਰੋ, ਉਹਦਾ ਆਰਾਧਨ ਕਰਿਆ ਕਰੋ। ਹਾਂਜੀ। ਭਾਉ ਭਗਤ ਕਰੀਏ ਛਲ ਖੋਏ, ਅਸ ਜੇ ਕਰੋ ਤੁਮਰੀ ਗਤ ਹੋਏ। ਸਤਿਗੁਰੂ ਕਹਿੰਦੇ ਭਗਤੀ ਕਰਿਆ ਕਰੋ, ਜਿਹੜਾ ਵਿਅਕਤੀ ਕਰੇਗਾ ਉਹਦੀ ਮੁਕਤੀ ਹੋ ਜਾਏਗੀ। ਪਰ ਭਗਤੀ ਵਿੱਚ ਛਲ ਨਹੀਂ ਕਰਨਾ, ਧੋਖਾ ਨਹੀਂ ਕਰਨਾ, ਭਗਤੀ ਵਿੱਚ ਕਪਟ ਨਹੀਂ ਕਰਨਾ। ਹੁਣ ਇਹਦਾ ਆਪਾਂ ਖੁਦ ਹੀ ਦੱਸ ਸਕਦੇ ਹਾਂ ਨਾ ਵੀ ਅਸੀਂ ਇਹਦੇ 'ਚ ਕੀ ਕਪਟ ਕਰਦੇ ਹਾਂ, ਕੀ ਅਸੀਂ ਇਹਦੇ 'ਚ ਛੁਪਾਉਂਦੇ ਹਾਂ। ਹੈ ਕੁਛ, ਵਿਖਾਉਂਦੇ ਕੁਛ ਅਸੀਂ। ਮਤਲਬ ਬੜੀਆਂ ਬੜੀਆਂ ਅਜੀਬ ਤੁਹਾਡੇ ਸਾਹਮਣੇ ਜਦੋਂ ਗੱਲਾਂ ਆਉਣਗੀਆਂ, ਫਿਰ ਤੁਸੀਂ ਹੈਰਾਨ ਹੋਵੋਗੇ ਵੀ ਕੀ ਬੰਦੇ ਵਾਕਈ ਇਦਾਂ ਕਰਦੇ ਨੇ। ਅੱਜ ਬੜੇ ਲੋਕ ਨੇ ਜਿਹੜੇ ਸਿਰਫ ਸਿੱਖੀ ਦਾ ਅਡੰਬਰ ਕਰਦੇ ਨੇ, ਵਿਖਾਵਾ ਕਰਦੇ ਨੇ, ਭੇਖ ਕਰਦੇ ਨੇ। ਹਾਂਜੀ। ਦਿਵਸ ਤੀਨ ਤਹਿ ਰਾਖਿਓ ਡੇਰਾ, ਘਰ ਕਹਿ ਮਰਦਨ ਦੰਭ ਕਨੇਰਾ। ਇੱਥੇ ਸਤਿਗੁਰੂ ਜੀ ਬ੍ਰਿੰਦਾਬਨ ਵਿੱਚ 3 ਦਿਨ ਰਹੇ ਸਨ, ਤੇ 3 ਦਿਨ ਲਗਾਤਾਰ ਦੁਨੀਆ ਨੂੰ ਨਵਾਜਦੇ ਰਹੇ, ਉਪਦੇਸ਼ ਦਿੰਦੇ ਰਹੇ, ਉਹਨਾਂ ਨੂੰ ਸੱਚ ਦੇ ਮਾਰਗ ਦਾ ਰਸਤਾ ਵਿਖਾਉਂਦੇ ਰਹੇ। ਆਗੇ ਗਮਨ ਕੀਨ ਗੁਣ ਖਾਨੀ, ਜਾਹੇ ਅਨੇਕ ਉਦਾਰੇ ਪ੍ਰਾਨੀ। ਇੱਥੋਂ ਫਿਰ ਸਤਿਗੁਰੂ ਜੀ ਹੋਰ ਅੱਗੇ ਤੁਰੇ। ਪਹਿਲਾਂ ਕੁਰਕਸ਼ੇਤਰ ਆਏ, ਫਿਰ ਹਰਿਦੁਆਰ ਆਏ, ਫਿਰ ਬ੍ਰਿੰਦਾਬਨ ਆਏ, ਇੱਥੇ ਰੁਕੇ 3 ਦਿਨ। ਇੱਥੋਂ ਸਤਿਗੁਰੂ ਜੀ ਫਿਰ ਅੱਗੇ ਤੁਰੇ। ਆਗੇ ਗਮਨ ਕੀਨ ਗੁਣ ਖਾਨੀ, ਜਾਹੇ ਅਨੇਕ ਉਧਾਰੇ ਪ੍ਰਾਨੀ। ਜਿੱਥੇ ਸਤਿਗੁਰੂ ਜਾਂਦੇ ਨੇ ਉੱਥੇ ਹਜ਼ਾਰਾਂ ਹਜ਼ਾਰਾਂ ਲੋਕਾਂ ਦਾ ਉਧਾਰ ਹੁੰਦਾ ਹੈ। ਗੁਰੂ ਦੇ ਬਚਨਾਂ ਵਿੱਚ ਇਤਨੀ ਸ਼ਕਤੀ ਸੀ ਕਿ ਇੱਕ ਇੱਕ ਬਚਨ ਨਾਲ ਉਹ ਮਨੁੱਖਾਂ ਦੇ ਜੀਵਨ ਪਲਟ ਜਾਂਦੇ ਸੀ। ਇੱਕ ਅੱਜ ਵੀ ਸਤਿਗੁਰੂ ਦੀ ਬਾਣੀ 'ਚ ਲਿਖਿਆ ਹੈ ਕਿ ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸਰਸਾਰ। ਇਹ ਤਾਂ ਮੇਰੇ ਵਰਗੇ ਦੀ ਕਥਾ ਕਰਨ ਨਾਲ ਤਾਂ ਕੁਝ ਵੀ ਨਹੀਂ ਹੁੰਦਾ। ਸਾਲੋ ਸਾਲ ਵੀ ਕਥਾ ਕਰੋ ਤਾਂ ਨਹੀਂ ਬੰਦਾ ਬਦਲਦਾ। ਗੁਰੂ ਨਾਨਕ ਦੀ ਵਡਿਆਈ ਇਹ ਸੀਗੀ ਕਿ ਉਹਨਾਂ ਦੇ ਇੱਕ ਬਚਨ ਦੇ ਨਾਲ ਜੀਵਨ ਪਲਟ ਜਾਇਆ ਕਰਦੇ ਸੀ। ਹਜ਼ਾਰਾਂ ਹਜ਼ਾਰਾਂ ਲੋਕਾਂ ਦੇ ਜੀਵਨ ਬਦਲਦੇ ਸੀ। ਲੋਕ ਸਤਿਗੁਰੂ ਜੀ ਦੇ ਅਨੁਯਾਈ ਬਣਦੇ ਸਨ, ਸਤਿਗੁਰੂ ਜੀ ਕੋਲੋਂ ਚਰਨ ਪਹੁੜ ਲੈਂਦੇ ਸਨ। ਹਾਂਜੀ। ਕਰਤੇ ਬਚਨ ਬਿਲਾਸ ਕੋ, ਦੁਖ ਨਾਸ਼ਕ ਸੁਖ ਦਾਏ। ਜਦੋਂ ਬ੍ਰਿੰਦਾਬਨ ਤੋਂ ਅੱਗੇ ਤੁਰੇ, ਬਚਨ ਬਿਲਾਸ ਕਰਦੇ, ਸੁੱਖਾਂ ਦੇ ਦਾਤੇ, ਦੁੱਖਾਂ ਦੇ ਮਟਾਉਣ ਵਾਲੇ ਗੁਰੂ ਨਾਨਕ। ਹਾਂਜੀ। ਨਗਰ ਅਯੁੱਧਿਆ ਜਹ ਹੁਤੋ, ਛਿਨ ਮਹਿ ਪਹੁੰਚੇ ਆਏ। ਹੁਣ ਸਤਿਗੁਰੂ ਪਹੁੰਚੇ ਨੇ ਅਯੁੱਧਿਆ, ਜਿੱਥੇ ਕੁਝ ਸਮਾਂ ਪਹਿਲਾਂ ਸ਼੍ਰੀ ਰਾਮ ਚੰਦਰ ਜੀ ਦਾ ਮੰਦਿਰ ਬਣਾਉਣ ਵਾਸਤੇ ਬੜੇ ਵੱਡੇ ਸਨਾਤਨ ਮਤ ਨੇ ਪ੍ਰੋਗਰਾਮ ਕੀਤੇ, ਬਕਾਇਦਾ ਸ਼ਿਲਾਨਿਆਸ ਕੀਤਾ।
ਇਹ ਉਹੀ ਅਯੁੱਧਿਆ ਹੈ ਜਿਹਨੂੰ ਸ਼੍ਰੀ ਰਾਮਚੰਦਰ ਜੀ ਦੀ ਨਗਰੀ ਕਹਿੰਦੇ ਆਪਾਂ। ਹੁਣ ਇੱਥੇ ਗੁਰੂ ਨਾਨਕ ਦੇ ਪਿਤਾ ਜੀ ਜਦੋਂ ਗਏ ਨੇ, ਹਾਂਜੀ, ਸਰਤਾ ਪਰ ਬੈਠੇ ਗੁਰ ਪੂਰਨ, ਜਗ ਮਹਿ ਦੰਭ ਕੀਨ ਜਿਨ ਚੂਰਨ। ਸਤਿਗੁਰੂ ਜਾ ਕੇ ਨਦੀ ਦੇ ਕੰਢੇ ਤੇ ਬਹਿ ਗਏ। ਕੌਣ ਨੇ ਸਤਿਗੁਰੂ? ਜਿਹੜੇ ਦੰਭ ਨੂੰ ਚੂਰਨ ਕਰਦੇ ਨੇ, ਖਤਮ ਕਰ ਦਿੰਦੇ ਨੇ। ਪਖੰਡ ਨੂੰ ਮਟਾਉਣ ਵਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ। ਹਾਂਜੀ, ਸੁਨ ਸ਼੍ਰੀ ਨਾਨਕ ਨਾਮ ਕਿਰਪਾਲਾ, ਪੁਰ ਤੇ ਨਰ ਆਏ ਤਤਕਾਲਾ। ਕੁਰਕਸ਼ੇਤਰ ਤੋਂ ਲੈ ਕੇ ਚੱਲਦਿਆਂ ਅਯੁੱਧਿਆ ਤੱਕ ਇਥੋਂ ਦੀ ਨਗਰੀ ਦੇ ਲੋਕਾਂ ਨੂੰ ਪਤਾ ਲੱਗ ਚੁੱਕਿਆ ਸੀ ਕਿ ਨਾਨਕ ਨਿਰੰਕਾਰੀ ਕੋਈ ਸਾਧੂ ਮਹਾਤਮਾ ਹੈ, ਭਾਈ ਗੁਰੂ ਹੈ। ਜਦੋਂ ਅਯੁੱਧਿਆ ਸਤਿਗੁਰੂ ਪਹੁੰਚੇ ਨੇ, ਪੁਰ ਤੇ ਨਰ ਆਏ ਤਤਕਾਲਾ, ਸੁਣ ਕਰ ਸ਼੍ਰੀ ਨਾਨਕ ਨਾਮ ਕਿਰਪਾਲਾ। ਉਹਨਾਂ ਨੂੰ ਇੰਨਾ ਹੀ ਪਤਾ ਲੱਗਾ ਵੀ ਗੁਰੂ ਨਾਨਕ ਆਏ ਨੇ, ਤੇ ਨਗਰੀ ਚੋਂ ਦੁਨੀਆ ਦੌੜ ਕੇ ਬਾਹਰ ਆਈ ਕਿ ਚਲੋ ਚੱਲ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਹਾਂ ਭਾਈ। ਹਾਂਜੀ, ਹੁਤੇ ਜਹਾਂ ਬੇਦੀ ਕੁਲ ਦੀਪਾ, ਬੈਠੇ ਪੰਡਤ ਆਣ ਸਮੀਪਾ। ਜਿੱਥੇ ਸਤਿਗੁਰੂ ਬਿਰਾਜੇ ਸੀ, ਬੈਠੇ ਸੀ, ਉੱਥੇ ਬੜੇ ਸਾਰੇ ਪੰਡਤ ਲੋਕ ਵੀ ਆ ਗਏ। ਜਿਹੜੇ ਹਿੰਦੂ ਧਰਮ ਦੇ ਵਿਦਵਾਨ ਸਨ ਉਹ ਵੀ ਆਏ। ਹਾਂਜੀ, ਬੰਦਨ ਕਰੇ ਪਾਉ ਉਰ ਧਰ ਕੈ, ਹਰਖੈ ਸੁੰਦਰ ਰੂਪ ਨਿਹਾਰ ਕੈ। ਦੇਖੋ, ਹਿੰਦੂ ਧਰਮ ਦੀ ਇੱਕ ਵਡਿਆਈ ਜਿਹੜੀ ਉਹ ਬੜੀ ਵੱਡੀ ਹੈ। ਜਾਂ ਤੇ ਇਹਨਾਂ 'ਚ 33 ਕਰੋੜ ਦੇਵੀ ਦੇਵਤੇ ਹੋਣ ਕਰਕੇ, ਜਾਂ ਜਗਤ ਗੁਰੂ ਹੋਣ ਕਰਕੇ, ਜਾਂ ਜਿਹੜੇ ਸ਼ੰਕਰਾਚਾਰੀ ਆ ਉਹ ਵੀ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਨੇ। ਇਹਨਾਂ ਨੂੰ ਕਿਸੇ ਨੂੰ ਮੱਥਾ ਟੇਕਣ ਲੱਗਿਆ ਦੇਰੀ ਨਹੀਂ ਲੱਗਦੀ। ਸਾਡੇ ਵਰਗੇ ਨੂੰ ਤਾਂ ਬੜਾ ਟਾਈਮ ਲੱਗਦਾ। ਜਾਂ ਅਸੀਂ ਇਸੇ ਗੱਲ ਤੇ ਅੜੇ ਰਹਿੰਦੇ ਵੀ ਬੰਦੇ ਨੂੰ ਮੱਥਾ ਕਿਉਂ ਟੇਕਣਾ ਹੈ ਬਾਈ। ਹੁਣ ਇਹ ਜਿੰਨੇ ਲੋਕ ਆਏ ਨੇ, ਸਭ ਨੇ ਆ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟੇਕੇ। ਈਵਨ ਪੰਡਤਾਂ ਨੇ ਵੀ ਟੇਕਿਆ। ਬੰਦਨ ਕਰੇ ਭਾਉ ਉਰ ਧਰ ਕੇ, ਬੜੇ ਪਿਆਰ ਨਾਲ ਆ ਕੇ ਨਮਸਕਾਰ ਕੀਤੀ ਹੈ। ਹਾਂਜੀ, ਭਈ ਸਮੀਪ ਪੂਰ ਜਬ ਪੀਰਾ, ਬੋਲੇ ਸਭ ਸੋ ਗੁਣੀ ਗਹੀਰਾ। ਬੜੀ ਭੀੜ ਇਕੱਠੀ ਹੋ ਗਈ ਮੱਥਾ ਟੇਕਣ ਵਾਲਿਆਂ ਦੀ, ਦਰਸ਼ਨ ਕਰਨ ਵਾਲਿਆਂ ਦੀ। ਜਦੋਂ ਭੀੜ ਬਹੁਤੀ ਵੱਡੀ ਹੋ ਗਈ ਤੇ ਫਿਰ ਸਤਿਗੁਰੂ ਜੀ ਨੇ ਆਪਣੇ ਮੁਖ ਤੋਂ ਇਹ ਬਚਨ ਉਚਾਰੇ ਨੇ। ਹਾਂਜੀ, ਰਾਮ ਗਏ ਲੈ ਕਰ ਸੰਗ ਨਗਰੀ, ਨੀਚ ਊਚ ਨਰ ਨਾਰੀ ਸਗਰੀ। ਸਤਿਗੁਰੂ ਕਹਿੰਦੇ ਵੀ ਤੁਸੀਂ ਕਿੱਥੋਂ ਆਏ ਹੋ? ਉਹ ਜਿਨ੍ਹਾਂ ਨੇ ਆ ਕੇ ਮੱਥਾ ਟੇਕਿਆ, ਜਿਹੜੇ ਆ ਕੇ ਕੋਲ ਬਹਿ ਗਏ, ਸਤਿਗੁਰੂ ਉਹਨਾਂ ਨੂੰ ਪੁੱਛਦੇ ਵੀ ਤੁਸੀਂ ਕਿੱਥੋਂ ਆਏ ਹੋ? ਕਹਿੰਦੇ ਕਿਉਂ ਮਹਾਰਾਜ, ਅਸੀਂ ਅਯੁੱਧਿਆ ਦੇ ਵਾਸੀ ਹਾਂ। ਤੇ ਸਤਿਗੁਰੂ ਕਹਿੰਦੇ ਵੀ ਨਾਲੇ ਤੁਸੀਂ ਕਹਿੰਦੇ ਹੋ ਵੀ ਜਿਹੜੇ ਸ਼੍ਰੀ ਰਾਮਚੰਦਰ ਸੀ ਉਹ ਤੇ ਪੂਰੀ ਨਗਰੀ ਆਪਣੇ ਨਾਲ ਲੈ ਗਏ, ਤੇ ਜੇ ਉਹ ਨਗਰੀ ਨਾਲ ਲੈ ਗਏ ਤੇ ਤੁਸੀਂ ਕਿੱਥੋਂ ਆਏ ਹੋ ਬਈ? ਤੁਸੀਂ ਕੌਣ ਹੋ? ਹਾਂਜੀ, ਇਹ ਆਈ ਕਹਤੇ ਅਬੈ, ਦੀ ਸਤ ਉੱਚੇ ਧਾਮ। ਤੇ ਸਤਿਗੁਰੂ ਕਹਿੰਦੇ ਵੀ ਇਹ ਨਗਰੀ ਹੁਣ ਕਿੱਥੋਂ ਆਈ ਹੈ? ਇਹ ਦੁਬਾਰਾ ਵਸੀ ਹੈ, ਕਿਸੇ ਨੇ ਵਸਾਈ ਹੈ। ਬੜੇ ਉੱਚੇ ਉੱਚੇ ਪੁਰਾਣੇ ਘਰ ਬਣੇ ਹੋਏ ਨੇ ਇੱਥੇ। ਅੱਜ ਸਮਾਂ ਸਮਾਪਤ ਹੈ, ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ